ਸਵਾਗਤ ਹੈ ਬੱਚਿਓ ਤੁਹਾਡੇ ਆਪਣੇ ਚੈਨਲ ਲਰਨ ਪੰਜਾਬੀ ਵਿੱਚ। ਅੱਜ ਅਸੀਂ ਪੜ੍ਹਨ ਵਾਲੇ ਹਾਂ ਤੁਹਾਡਾ ਇੱਕ ਬਹੁਤ ਹੀ ਮਹੱਤਵਪੂਰਨ ਅਧਿਆਇ। ਤਾਂ ਬੱਚਿਓ, ਇਹ ਅਧਿਆਇ ਹੈ 9ਵੀਂ ਜਮਾਤ ਦੇ ਸਮਾਜਿਕ ਵਿਗਿਆਨ ਦਾ, ਜਿਸ ਦਾ ਨਾਮ ਹੈ ਫਰਾਂਸੀਸੀ ਕ੍ਰਾਂਤੀ। ਦੇਖੋ, ਇਹ ਚੈਪਟਰ ਸਿਰਫ ਇਮਤਿਹਾਨਾਂ ਲਈ ਹੀ ਜ਼ਰੂਰੀ ਨਹੀਂ ਹੈ, ਬਲਕਿ ਇਹ ਸਾਨੂੰ ਉਹਨਾਂ ਗੱਲਾਂ ਬਾਰੇ ਦੱਸਦਾ ਹੈ ਜਿਨ੍ਹਾਂ ਬਾਰੇ ਅਸੀਂ ਅੱਜ ਵੀ ਗੱਲ ਕਰਦੇ ਹਾਂ, ਜਿਵੇਂ ਕਿ ਆਜ਼ਾਦੀ, ਬਰਾਬਰੀ। ਇਹ ਸਾਰੇ ਵਿਚਾਰ ਕਿੱਥੋਂ ਆਏ? ਇਸ ਲਈ ਇਸ ਨੂੰ ਬਹੁਤ ਧਿਆਨ ਨਾਲ ਸਮਝਣਾ ਹੈ। ਚਲੋ ਫਿਰ ਸ਼ੁਰੂ ਕਰੀਏ। ਇਸ ਅਧਿਆਇ ਵਿੱਚ ਅਸੀਂ ਸਭ ਤੋਂ ਪਹਿਲਾਂ ਦੇਖਾਂਗੇ ਕਿ ਕ੍ਰਾਂਤੀ ਤੋਂ ਪਹਿਲਾਂ ਫਰਾਂਸ ਦਾ ਕੀ ਹਾਲ ਸੀ, ਮਤਲਬ ਉਸ ਦਾ ਇਤਿਹਾਸਿਕ ਪਿਛੋਕੜ ਕੀ ਸੀ। ਫਿਰ ਅਸੀਂ ਫਰਾਂਸ ਦੇ ਸਮਾਜ ਬਾਰੇ ਪੜ੍ਹਾਂਗੇ, ਜੋ 3 ਹਿੱਸਿਆਂ ਯਾਨੀ 3 ਐਸਟੇਟਾਂ ਵਿੱਚ ਵੰਡਿਆ ਹੋਇਆ ਸੀ। ਉਸ ਤੋਂ ਬਾਅਦ ਅਸੀਂ ਆਰਥਿਕ ਸੰਕਟ ਅਤੇ ਟੈਕਸਾਂ ਦੀ ਗੱਲ ਕਰਾਂਗੇ ਤੇ ਫਿਰ ਦੇਖਾਂਗੇ ਕਿ ਕ੍ਰਾਂਤੀ ਦੀ ਸ਼ੁਰੂਆਤ ਕਿਵੇਂ ਹੋਈ, ਜਿਸ ਵਿੱਚ ਟੈਨਿਸ ਕੋਰਟ ਦੀ ਸਹੁੰ ਤੇ ਬਾਸਤੀਲ ਦੇ ਕਿਲੇ ਦਾ ਡਿੱਗਣਾ। ਇਹ ਸਭ ਕੁਝ ਅਸੀਂ ਇੱਕ-ਇੱਕ ਕਰਕੇ ਸਮਝਾਂਗੇ। ਤਾਂ ਚਲੋ ਫਿਰ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਇਤਿਹਾਸਿਕ ਪਿਛੋਕੜ ਤੋਂ। ਅਸੀਂ ਗੱਲ ਕਰ ਰਹੇ ਹਾਂ 1799 ਤੋਂ 1799 ਦੇ ਸਮੇਂ ਦੀ। ਫਰਾਂਸ ਵਿੱਚ ਇੱਕ ਬਹੁਤ ਵੱਡੀ ਕ੍ਰਾਂਤੀ ਹੋਈ, ਜਿਸ ਨੇ ਪੂਰੀ ਦੁਨੀਆ ਨੂੰ 3 ਨਵੇਂ ਅਤੇ ਬਹੁਤ ਹੀ ਜ਼ਰੂਰੀ ਵਿਚਾਰ ਦਿੱਤੇ: ਸੁਤੰਤਰਤਾ, ਸਮਾਨਤਾ ਅਤੇ ਭਾਈਚਾਰਾ। ਅੱਜ ਵੀ ਇਹ ਵਿਚਾਰ ਦੁਨੀਆ ਦੇ ਕਈ ਦੇਸ਼ਾਂ ਦੇ ਸੰਵਿਧਾਨ ਦੀ ਨੀਂਹ ਹਨ। ਤਾਂ ਕ੍ਰਾਂਤੀ ਤੋਂ ਪਹਿਲਾਂ ਫਰਾਂਸ ਵਿੱਚ ਜਿਹੜਾ ਸਿਸਟਮ ਚੱਲਦਾ ਸੀ, ਉਸ ਨੂੰ ਪੁਰਾਤਨ ਰਾਜ ਪ੍ਰਬੰਧ ਜਾਂ ਫਰਾਂਸੀਸੀ ਭਾਸ਼ਾ ਵਿੱਚ ਐਂਸ਼ੀਐਂਟ ਰਿਜੀਮ ਕਿਹਾ ਜਾਂਦਾ ਸੀ। ਇਸ ਦਾ ਸਿੱਧਾ ਮਤਲਬ ਹੈ ਪੁਰਾਣਾ ਰਾਜ। ਇਸ ਸਿਸਟਮ ਵਿੱਚ ਸਭ ਤੋਂ ਉੱਤੇ ਰਾਜਾ ਹੁੰਦਾ ਸੀ, ਜਿਸ ਕੋਲ ਸਾਰੀ ਤਾਕਤ ਹੁੰਦੀ ਸੀ, ਤੇ ਜਿਹੜਾ ਸਮਾਜ ਸੀ ਉਹ 3 ਵੱਖ-ਵੱਖ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ, ਜਿਨ੍ਹਾਂ ਨੂੰ ਸਟੇਟ ਕਿਹਾ ਜਾਂਦਾ ਸੀ। ਹੁਣ ਸਮਾਜ ਦੀ ਇਹੀ ਵੰਡ ਹੀ ਅਸਲ ਵਿੱਚ ਸਾਰੀਆਂ ਸਮੱਸਿਆਵਾਂ ਦੀ ਜੜ ਸੀ। ਇਸੇ ਕਰਕੇ ਲੋਕਾਂ ਵਿੱਚ ਗੁੱਸਾ ਵੱਧ ਰਿਹਾ ਸੀ। ਤਾਂ ਆਓ ਹੁਣ ਅਸੀਂ ਇਸ ਵੰਡੇ ਹੋਏ ਸਮਾਜ ਨੂੰ ਥੋੜਾ ਹੋਰ ਡੂੰਘਾਈ ਨਾਲ ਸਮਝਦੇ ਹਾਂ, ਕਿਉਂਕਿ ਇਸ ਨੂੰ ਸਮਝੇ ਬਿਨਾਂ ਕ੍ਰਾਂਤੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਦਾ। ਤਾਂ ਦੇਖੋ, ਫਰਾਂਸ ਦਾ ਸਮਾਜ 3 ਹਿੱਸਿਆਂ ਵਿੱਚ ਵੰਡਿਆ ਹੋਇਆ ਸੀ। ਸਭ ਤੋਂ ਉੱਪਰ ਸੀ ਪਹਿਲਾ ਸਟੇਟ, ਜਿਸ ਵਿੱਚ ਚਰਚ ਦੇ ਲੋਕ ਯਾਨੀ ਪਾਦਰੀ ਵਰਗ ਆਉਂਦਾ ਸੀ। ਉਸ ਤੋਂ ਬਾਅਦ ਸੀ ਦੂਜਾ ਸਟੇਟ, ਜਿਸ ਵਿੱਚ ਕੁਲੀਨ ਵਰਗ ਸੀ, ਮਤਲਬ ਰਾਜੇ ਦੇ ਖਾਨਦਾਨ ਦੇ ਲੋਕ ਤੇ ਵੱਡੇ-ਵੱਡੇ ਅਮੀਰ ਜ਼ਿਮੀਂਦਾਰ। ਤੇ ਸਭ ਤੋਂ ਥੱਲੇ ਅਤੇ ਸਭ ਤੋਂ ਵੱਡਾ ਸੀ ਤੀਜਾ ਸਟੇਟ, ਜਿਸ ਵਿੱਚ ਆਮ ਜਨਤਾ ਆਉਂਦੀ ਸੀ, ਜਿਵੇਂ ਵਪਾਰੀ, ਕਿਸਾਨ, ਮਜ਼ਦੂਰ, ਮਤਲਬ ਬਾਕੀ ਸਾਰੇ ਲੋਕ। ਇਸ ਤਸਵੀਰ ਤੋਂ ਸਥਿਤੀ ਹੋਰ ਵੀ ਸਾਫ਼ ਹੋ ਜਾਂਦੀ ਹੈ। ਦੇਖੋ, ਪਹਿਲੇ ਅਤੇ ਦੂਜੇ ਸਟੇਟ ਦੇ ਲੋਕ, ਜਿਨ੍ਹਾਂ ਕੋਲ ਸਾਰੇ ਪੈਸੇ ਅਤੇ ਸਾਰੇ ਅਧਿਕਾਰ ਸਨ, ਉਹ ਕੁੱਲ ਆਬਾਦੀ ਦਾ ਸਿਰਫ 3% ਸੀ। ਸਿਰਫ 3%। ਤੇ ਬਾਕੀ ਦੇ 97% ਲੋਕ, ਉਹ ਸਾਰੇ ਤੀਜੇ ਸਟੇਟ ਵਿੱਚ ਆਉਂਦੇ ਸੀ। ਮਤਲਬ ਤੁਸੀਂ ਸੋਚ ਕੇ ਦੇਖੋ ਕਿ ਦੇਸ਼ ਦੇ ਲਗਭਗ ਸਾਰੇ ਲੋਕਾਂ ਤੇ ਸਿਰਫ ਮੁੱਠੀ ਭਰ ਲੋਕ ਰਾਜ ਕਰ ਰਹੇ ਸਨ। ਅਤੇ ਅਸਲੀ ਬੇਇਨਸਾਫੀ ਤਾਂ ਹੁਣ ਸ਼ੁਰੂ ਹੁੰਦੀ ਹੈ। ਇਹ ਜਿਹੜੇ ਪਹਿਲੇ 2 ਸਟੇਟ ਸੀ ਨਾ, ਇਹਨਾਂ ਨੂੰ ਜਨਮ ਤੋਂ ਹੀ ਖਾਸ ਅਧਿਕਾਰ ਮਿਲੇ ਹੋਏ ਸੀ। ਤੇ ਸਭ ਤੋਂ ਵੱਡਾ ਅਧਿਕਾਰ ਪਤਾ ਕੀ ਸੀ? ਕਿ ਉਹਨਾਂ ਨੂੰ ਕੋਈ ਟੈਕਸ ਨਹੀਂ ਦੇਣਾ ਪੈਂਦਾ ਸੀ। ਜੀ ਹਾਂ, ਦੇਸ਼ ਦਾ ਸਾਰਾ ਖਰਚਾ, ਸਰਕਾਰ ਦਾ ਖਰਚਾ, ਸਭ ਕੁਝ ਕੌਣ ਚੁੱਕ ਰਿਹਾ ਸੀ? ਉਹ 97% ਆਮ ਲੋਕ। ਇਸ ਦਾ ਸਿੱਧਾ ਮਤਲਬ ਇਹ ਸੀ ਕਿ ਜਿੱਥੇ ਪਾਦਰੀ ਅਤੇ ਕੁਲੀਨ ਲੋਕ ਐਸ਼ ਕਰ ਰਹੇ ਸੀ, ਉੱਥੇ ਆਮ ਮਜ਼ਦੂਰ ਅਤੇ ਕਿਸਾਨ ਟੈਕਸਾਂ ਦੇ ਬੋਝ ਹੇਠ ਪਿਸ ਰਹੇ ਸੀ। ਉਹਨਾਂ ਦੀ ਹਾਲਤ ਬਹੁਤ ਹੀ ਖਰਾਬ ਸੀ। ਤੇ ਜਦੋਂ ਹਾਲਾਤ ਇੰਨੇ ਖਰਾਬ ਹੋ ਜਾਣ ਤਾਂ ਲੋਕਾਂ ਦਾ ਗੁੱਸਾ ਤਾਂ ਵਧਣਾ ਹੀ ਸੀ। ਹੌਲੀ-ਹੌਲੀ ਇਹ ਗੁੱਸਾ ਇਕੱਠਾ ਹੁੰਦਾ ਗਿਆ। ਬੱਚਿਓ, ਇਸ ਗੱਲ ਨੂੰ ਚੰਗੀ ਤਰ੍ਹਾਂ ਯਾਦ ਰੱਖਣਾ। ਇਹ ਬਿੰਦੂ ਪ੍ਰੀਖਿਆ ਦੇ ਨਜ਼ਰੀਏ ਤੋਂ ਬਹੁਤ ਮਹੱਤਵਪੂਰਨ ਹੈ। ਜੇਕਰ ਤੁਹਾਨੂੰ ਸਵਾਲ ਆਉਂਦਾ ਹੈ ਕਿ ਫਰਾਂਸੀਸੀ ਕ੍ਰਾਂਤੀ ਦਾ ਮੁੱਖ ਕਾਰਨ ਕੀ ਸੀ, ਤਾਂ ਤੁਸੀਂ ਇਹੀ ਲਿਖਣਾ ਹੈ: ਸਮਾਜ ਦੀ ਵੰਡ ਅਤੇ ਟੈਕਸਾਂ ਦਾ ਬੋਝ, ਜੋ ਸਿਰਫ ਤੀਜੇ ਸਟੇਟ ਤੇ ਸੀ। ਇੱਕ ਪਾਸੇ ਤਾਂ ਆਮ ਲੋਕਾਂ ਤੇ ਬੋਝ ਸੀ, ਤੇ ਦੂਜੇ ਪਾਸੇ ਫਰਾਂਸ ਦੀ ਸਰਕਾਰ ਦਾ ਖਜ਼ਾਨਾ ਵੀ ਖਾਲੀ ਹੋ ਰਿਹਾ ਸੀ। ਮਤਲਬ ਸਰਕਾਰ ਕੰਗਾਲ ਹੋ ਰਹੀ ਸੀ। ਤਾਂ ਆਓ ਹੁਣ ਦੇਖੀਏ ਕਿ ਇਸ ਆਰਥਿਕ ਸੰਕਟ ਅਤੇ ਬੇਇਨਸਾਫ ਟੈਕਸ ਸਿਸਟਮ ਨੇ ਕ੍ਰਾਂਤੀ ਦੀ ਅੱਗ ਨੂੰ ਹੋਰ ਕਿਵੇਂ ਭੜਕਾਇਆ। ਦੇਖੋ, ਤੀਜੇ ਸਟੇਟ ਦੇ ਲੋਕਾਂ ਨੂੰ 2 ਤਰ੍ਹਾਂ ਦੇ ਮੁੱਖ ਟੈਕਸ ਦੇਣੇ ਪੈਂਦੇ ਸੀ। ਇੱਕ ਸੀ ਟਾਈਥ, ਇੱਕ ਧਾਰਮਿਕ ਟੈਕਸ ਸੀ ਜੋ ਸਿੱਧਾ ਚਰਚ ਨੂੰ ਜਾਂਦਾ ਸੀ, ਤੇ ਦੂਜਾ ਸੀ ਟਾਈਲ, ਇੱਕ ਸਿੱਧਾ ਟੈਕਸ ਸੀ ਜੋ ਰਾਜੇ ਨੂੰ ਯਾਨੀ ਸਰਕਾਰ ਨੂੰ ਦੇਣਾ ਪੈਂਦਾ ਸੀ। ਮਤਲਬ ਆਮ ਆਦਮੀ ਨੂੰ ਚਰਚ ਨੂੰ ਵੀ ਪੈਸੇ ਦੇਣੇ ਪੈਂਦੇ ਸੀ ਤੇ ਰਾਜੇ ਨੂੰ ਵੀ। ਪਰ ਹਮੇਸ਼ਾ ਚੁੱਪ ਕਰਕੇ ਸਭ ਕੁਝ ਸਹਿਣ ਨਹੀਂ ਕੀਤਾ ਜਾ ਸਕਦਾ। ਜਿਵੇਂ-ਜਿਵੇਂ ਜ਼ੁਲਮ ਵਧਿਆ, ਤੀਜੇ ਸਟੇਟ ਦੇ ਅੰਦਰੋਂ ਹੀ ਇੱਕ ਨਵਾਂ ਪੜ੍ਹਿਆ ਲਿਖਿਆ ਵਰਗ ਉਭਰਿਆ, ਜਿਸ ਨੂੰ ਮੱਧ ਵਰਗ ਕਿਹਾ ਗਿਆ। ਇਸ ਵਿੱਚ ਵਕੀਲ, ਵਪਾਰੀ, ਅਧਿਆਪਕ ਵਰਗੇ ਲੋਕ ਸਨ। ਇਹਨਾਂ ਲੋਕਾਂ ਨੇ ਰਾਜੇ ਦੀ ਤਾਕਤ ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਅਤੇ ਆਜ਼ਾਦੀ ਤੇ ਬਰਾਬਰੀ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ। ਹੁਣ ਲੋਕਾਂ ਨੇ ਆਪਣੀ ਆਵਾਜ਼ ਚੁੱਕਣੀ ਸ਼ੁਰੂ ਕਰ ਦਿੱਤੀ ਸੀ। ਸਾਲ 1789 ਬਹੁਤ ਹੀ ਅਹਿਮ ਸਾਬਿਤ ਹੋਇਆ। ਇਸ ਸਾਲ ਵਿੱਚ ਘਟਨਾਵਾਂ ਬਹੁਤ ਤੇਜ਼ੀ ਨਾਲ ਵਾਪਰੀਆਂ। ਸਭ ਤੋਂ ਪਹਿਲਾਂ 5 ਮਈ ਨੂੰ ਇੱਕ ਮੀਟਿੰਗ ਹੋਈ।
ਫਿਰ 20 ਜੂਨ ਨੂੰ ਇੱਕ ਇਤਿਹਾਸਕ ਸਹੁੰ ਚੁੱਕੀ ਗਈ ਤੇ ਅਖੀਰ ਵਿੱਚ 14 ਜੁਲਾਈ ਨੂੰ ਬਾਸਤੀਲ ਦੇ ਕਿਲੇ ਤੇ ਹਮਲਾ ਹੋਇਆ, ਜਿਸ ਨੇ ਸਭ ਕੁਝ ਬਦਲ ਦਿੱਤਾ। ਚਲੋ ਇਹਨਾਂ ਤਿੰਨਾਂ ਘਟਨਾਵਾਂ ਨੂੰ ਇੱਕ-ਇੱਕ ਕਰਕੇ ਸਮਝਦੇ ਹਾਂ। ਤਾਂ ਹੋਇਆ ਇਹ ਕਿ 5 ਮਈ ਨੂੰ ਰਾਜੇ ਨੇ ਤਿੰਨਾਂ ਸਟੇਟਾਂ ਦੀ ਇੱਕ ਮੀਟਿੰਗ ਬੁਲਾਈ, ਜਿਸ ਨੂੰ ਪ੍ਰਤੀਨਿਧੀ ਸਭਾ ਕਿਹਾ ਜਾਂਦਾ ਸੀ। ਪਰ ਸਮੱਸਿਆ ਸੀ VOTING ਦੇ ਤਰੀਕੇ ਵਿੱਚ। ਪੁਰਾਣਾ ਨਿਯਮ ਇਹ ਸੀ ਕਿ ਹਰ ਸਟੇਟ ਦੀ ਸਿਰਫ ਇੱਕ ਵੋਟ ਹੋਵੇਗੀ। ਹੁਣ ਇਸ ਦਾ ਮਤਲਬ ਕੀ ਹੋਇਆ ਕਿ ਪਹਿਲਾ ਤੇ ਦੂਜਾ ਸਟੇਟ ਹਮੇਸ਼ਾ ਇਕੱਠੇ ਵੋਟ ਪਾ ਕੇ ਤੀਜੇ ਸਟੇਟ ਨੂੰ ਹਰਾ ਦਿੰਦੇ ਸੀ। ਇਸ ਲਈ ਤੀਜੇ ਸਟੇਟ ਨੇ ਮੰਗ ਕੀਤੀ ਕਿ ਹਰ ਮੈਂਬਰ ਦੀ ਇੱਕ ਵੋਟ ਹੋਣੀ ਚਾਹੀਦੀ ਹੈ, ਪਰ ਰਾਜੇ ਨੇ ਸਾਫ਼ ਮਨਾ ਕਰ ਦਿੱਤਾ। ਜਦੋਂ ਰਾਜੇ ਨੇ ਗੱਲ ਨਾ ਮੰਨੀ ਤਾਂ ਤੀਜੇ ਸਟੇਟ ਦੇ ਪ੍ਰਤੀਨਿਧੀ ਗੁੱਸੇ ਵਿੱਚ ਮੀਟਿੰਗ ਤੋਂ ਬਾਹਰ ਆ ਗਏ। ਪਰ ਉਹ ਹਾਰ ਕੇ ਘਰ ਨਹੀਂ ਬੈਠੇ। ਉਹਨਾਂ ਨੇ ਕੁਝ ਐਸਾ ਕੀਤਾ ਜਿਸ ਦੀ ਕਿਸੇ ਨੂੰ ਉਮੀਦ ਨਹੀਂ ਸੀ। ਉਹ ਨੇੜੇ ਹੀ ਇੱਕ ਟੈਨਿਸ ਖੇਡਣ ਵਾਲੇ ਕੋਰਟ ਵਿੱਚ ਇਕੱਠੇ ਹੋਏ ਅਤੇ ਉੱਥੇ ਇੱਕ ਇਤਿਹਾਸਿਕ ਸਹੁੰ ਚੁੱਕੀ। ਇਹ ਤਸਵੀਰ ਉਸੇ ਇਤਿਹਾਸਿਕ ਪਲ ਦੀ ਹੈ। 20 ਜੂਨ 1789 ਨੂੰ ਇਹਨਾਂ ਸਾਰੇ ਪ੍ਰਤੀਨਿਧੀਆਂ ਨੇ ਆਪਣੇ ਆਪ ਨੂੰ ਦੇਸ਼ ਦੀ ਅਸਲੀ ਨੈਸ਼ਨਲ ਅਸੈਂਬਲੀ ਘੋਸ਼ਿਤ ਕਰ ਦਿੱਤਾ। ਉਹਨਾਂ ਨੇ ਸਹੁੰ ਚੁੱਕੀ ਕਿ ਉਹ ਉਦੋਂ ਤੱਕ ਇੱਥੋਂ ਨਹੀਂ ਜਾਣਗੇ ਜਦੋਂ ਤੱਕ ਉਹ ਫਰਾਂਸ ਲਈ ਇੱਕ ਨਵਾਂ ਸੰਵਿਧਾਨ ਨਹੀਂ ਬਣਾ ਲੈਂਦੇ। ਇਹ ਰਾਜੇ ਦੀ ਤਾਕਤ ਨੂੰ ਸਿੱਧੀ ਚੁਣੌਤੀ ਸੀ। ਇਹ ਆਮ ਲੋਕਾਂ ਦੀ ਪਹਿਲੀ ਵੱਡੀ ਜਿੱਤ ਸੀ। ਜਦੋਂ ਪੈਰਿਸ ਦੇ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਪੂਰੇ ਸ਼ਹਿਰ ਵਿੱਚ ਜੋਸ਼ ਭਰ ਗਿਆ, ਪਰ ਨਾਲ ਹੀ ਅਫਵਾਹਾਂ ਵੀ ਫੈਲਣ ਲੱਗੀਆਂ। ਲੋਕਾਂ ਨੂੰ ਲੱਗ ਰਿਹਾ ਸੀ ਕਿ ਰਾਜਾ ਆਪਣੀ ਫੌਜ ਭੇਜ ਕੇ ਇਸ ਨੈਸ਼ਨਲ ਅਸੈਂਬਲੀ ਨੂੰ ਖਤਮ ਕਰ ਦੇਵੇਗਾ। ਡਰ ਅਤੇ ਗੁੱਸਾ ਦੋਵੇਂ ਇਕੱਠੇ ਹੋ ਗਏ ਅਤੇ ਫਿਰ ਆਇਆ 14 ਜੁਲਾਈ ਦਾ ਦਿਨ। ਹਜ਼ਾਰਾਂ ਦੀ ਗਿਣਤੀ ਵਿੱਚ ਗੁੱਸੇ ਵਿੱਚ ਆਏ ਲੋਕਾਂ ਨੇ ਬਾਸਤੀਲ ਦੇ ਕਿਲੇ 'ਤੇ ਹਮਲਾ ਕਰ ਦਿੱਤਾ। ਦੇਖੋ, ਬਾਸਤੀਲ ਦਾ ਕਿਲਾ ਸਿਰਫ ਇੱਕ ਜੇਲ੍ਹ ਨਹੀਂ ਸੀ, ਇਹ ਰਾਜੇ ਦੇ ਜ਼ੁਲਮ ਅਤੇ ਤਾਨਾਸ਼ਾਹੀ ਦਾ ਪ੍ਰਤੀਕ ਸੀ। ਲੋਕਾਂ ਨੇ ਇਸ ਕਿਲੇ ਨੂੰ ਢਾਹ ਦਿੱਤਾ। ਇਸ ਘਟਨਾ ਨੇ ਰਾਜੇ ਦੀ ਤਾਕਤ ਨੂੰ ਖਤਮ ਕਰ ਦਿੱਤਾ। ਇਸੇ ਕਰਕੇ ਅੱਜ ਵੀ 14 ਜੁਲਾਈ ਨੂੰ ਫਰਾਂਸ ਵਿੱਚ ਰਾਸ਼ਟਰੀ ਦਿਵਸ ਮਨਾਇਆ ਜਾਂਦਾ ਹੈ। ਤਾਂ ਚਲੋ ਹੁਣ ਕੁਝ ਜ਼ਰੂਰੀ ਸਵਾਲਾਂ ਨੂੰ ਦੁਹਰਾ ਲਈਏ। ਪਹਿਲਾ, ਫਰਾਂਸੀਸੀ ਸਮਾਜ ਦੇ 3 ਸਟੇਟ ਕਿਹੜੇ ਸਨ? ਜਵਾਬ ਹੈ ਪਾਦਰੀ ਵਰਗ, ਕੁਲੀਨ ਵਰਗ ਅਤੇ ਆਮ ਜਨਤਾ। ਦੂਜਾ, ਟਾਈਥ ਅਤੇ ਟਾਈਲ ਟੈਕਸ ਵਿੱਚ ਕੀ ਫਰਕ ਹੈ? ਟਾਈਥ ਚਰਚ ਨੂੰ ਦਿੱਤਾ ਜਾਂਦਾ ਸੀ ਅਤੇ ਟਾਈਲ ਰਾਜ ਨੂੰ। ਤੇ ਤੀਜਾ ਸਵਾਲ, ਕ੍ਰਾਂਤੀ ਦੇ ਮੁੱਖ ਕਾਰਨ ਕੀ ਸਨ? ਸਮਾਜਿਕ ਵੰਡ ਅਤੇ ਆਰਥਿਕ ਸੰਕਟ। ਤਾਂ ਬੱਚੋ, ਅੱਜ ਅਸੀਂ ਕੀ ਸਿੱਖਿਆ? ਅਸੀਂ ਸਿੱਖਿਆ ਕਿ ਫਰਾਂਸ ਦਾ ਸਮਾਜ 3 ਹਿੱਸਿਆਂ ਵਿੱਚ ਵੰਡਿਆ ਸੀ ਤੇ ਸਾਰਾ ਟੈਕਸ ਤੀਜਾ ਸਟੇਟ ਦਿੰਦਾ ਸੀ। ਅਸੀਂ ਮੁੱਖ ਤਰੀਕਾਂ ਯਾਦ ਕਰਨੀਆਂ ਹਨ: 5 ਮਈ ਨੂੰ ਮੀਟਿੰਗ, 20 ਜੂਨ ਨੂੰ ਟੈਨਿਸ ਕੋਰਟ ਦੀ ਸਹੁੰ ਅਤੇ 14 ਜੁਲਾਈ ਨੂੰ ਬਾਸਤੀਲ ਦਾ ਪਤਨ। ਅਤੇ ਇਸ ਕ੍ਰਾਂਤੀ ਨੇ ਦੁਨੀਆ ਨੂੰ 3 ਮਹਾਨ ਵਿਚਾਰ ਦਿੱਤੇ: ਸੁਤੰਤਰਤਾ, ਸਮਾਨਤਾ ਅਤੇ ਭਾਈਚਾਰਾ। ਇਸ ਦਾ ਦੂਜਾ ਭਾਗ ਕਰਨ ਜਾ ਰਹੇ ਹਾਂ। ਪਿਛਲੇ ਭਾਗ 'ਚ ਯਾਦ ਨਾ ਆਪਾਂ ਕ੍ਰਾਂਤੀ ਦੇ ਕਾਰਨ ਪੜ੍ਹੇ ਸੀ। ਹੁਣ ਅੱਜ ਦੇਖਾਂਗੇ ਕਿ ਉਹ ਕ੍ਰਾਂਤੀ ਹੋਈ ਕਿਵੇਂ। ਤੇ ਹਾਂ, ਇਹ ਹਿੱਸਾ ਇਮਤਿਹਾਨ ਲਈ ਬਹੁਤ ਜ਼ਰੂਰੀ ਹੈ, ਤਾਂ ਪੂਰਾ ਧਿਆਨ ਇੱਥੇ ਦੇਣਾ। ਅੱਜ ਦੇ ਇਸ ਪਾਠ ਵਿੱਚ ਆਪਾਂ ਕਹਾਣੀ ਨੂੰ ਅੱਡੇ ਤੋਰਾਂਗੇ, ਦੇਖਾਂਗੇ ਕਿ ਕੀ ਪੜ੍ਹਨਾ ਹੈ। ਸਭ ਤੋਂ ਪਹਿਲਾਂ ਰਾਜਾ ਤੇ ਜਨਤਾ ਦਾ ਟਕਰਾਓ, ਫਿਰ ਕ੍ਰਾਂਤੀ ਦੀ ਸਭ ਤੋਂ ਵੱਡੀ ਘਟਨਾ ਬੈਸਟੀਲ ਦਾ ਪਤਨ, ਉਹਦੇ ਬਾਰੇ ਜਾਣਾਂਗੇ। ਉਸ ਤੋਂ ਬਾਅਦ ਦੇਖਾਂਗੇ ਕਿ ਫਰਾਂਸ ਦਾ ਨਵਾਂ ਸੰਵਿਧਾਨ ਕਿਵੇਂ ਬਣਿਆ ਤੇ ਇਹਨੇ ਆਮ ਲੋਕਾਂ ਦੀ ਜ਼ਿੰਦਗੀ ਤੇ ਕੀ ਅਸਰ ਪਾਇਆ। ਤੇ ਅਖੀਰ ਵਿੱਚ ਕੁਝ ਮਜ਼ੇਦਾਰ ਪ੍ਰਤੀਕਾਂ ਤੇ ਵਿਚਾਰਾਂ ਬਾਰੇ ਗੱਲ ਕਰਾਂਗੇ ਤੇ ਫਿਰ ਕਰਾਂਗੇ ਦੁਹਰਾਈ। ਤਾਂ ਚਲੋ ਸ਼ੁਰੂ ਕਰਦੇ ਹਾਂ। ਤਾਂ ਕਹਾਣੀ ਸ਼ੁਰੂ ਹੁੰਦੀ ਹੈ ਇੱਕ ਵੱਡੇ ਝਗੜੇ ਤੋਂ। ਦੇਖੋ, ਇੱਕ ਪਾਸੇ ਸੀ ਰਾਜਾ ਲੂਈ 16ਵਾਂ, ਜਿਹੜਾ ਆਪਣੀ ਤਾਕਤ ਛੱਡਣ ਨੂੰ ਬਿਲਕੁਲ ਤਿਆਰ ਨਹੀਂ ਸੀ, ਤੇ ਦੂਜੇ ਪਾਸੇ ਕੌਣ ਸੀ? ਨੈਸ਼ਨਲ ਅਸੈਂਬਲੀ, ਜਿਹੜੀ ਹੁਣ ਲੋਕਾਂ ਦੀ ਆਵਾਜ਼ ਬਣ ਗਈ ਸੀ। ਰਾਜੇ ਨੇ ਕੀ ਕੀਤਾ? ਉਹਨੇ ਅਸੈਂਬਲੀ ਨੂੰ ਮੰਨਣ ਤੋਂ ਸਾਫ਼ ਮਨਾ ਕਰਤਾ ਤੇ ਚੋਰੀ ਛਿਪੇ ਆਪਣੀ ਫੌਜ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ। ਬਸ ਇੱਥੋਂ ਇਹ ਸਾਰਾ ਮਾਹੌਲ ਖਰਾਬ ਹੋਣਾ ਸ਼ੁਰੂ ਹੋ ਗਿਆ। ਹੁਣ ਇਹਨੂੰ ਨਾ ਬਿਲਕੁਲ ਸੌਖੇ ਸ਼ਬਦਾਂ ਵਿੱਚ ਸਮਝਦੇ ਹਾਂ। ਜਦੋਂ ਪੈਰਿਸ ਦੇ ਲੋਕਾਂ ਨੂੰ ਪਤਾ ਲੱਗਾ ਕਿ ਰਾਜੇ ਦੀ ਫੌਜ ਸ਼ਹਿਰ ਵੱਲ ਆ ਰਹੀ ਹੈ, ਤਾਂ ਸੋਚੋ ਕੀ ਹੋਇਆ ਹੋਵੇਗਾ। ਇੱਕਦਮ ਡਰ ਦਾ ਮਾਹੌਲ ਬਣ ਗਿਆ। ਗਲੀਆਂ ਵਿੱਚ ਹਰ ਪਾਸੇ ਬਸ ਅਫਵਾਹਾਂ ਹੀ ਅਫਵਾਹਾਂ ਕਿ ਰਾਜਾ ਤਾਂ ਹੁਣ ਆਮ ਲੋਕਾਂ ਤੇ ਗੋਲੀ ਚਲਾਉਣ ਦਾ ਹੁਕਮ ਦੇਣ ਵਾਲਾ ਹੈ। ਮਤਲਬ ਹਾਲਾਤ ਬਹੁਤ ਹੀ ਜ਼ਿਆਦਾ ਤਣਾਅ ਵਾਲੇ ਹੋ ਗਏ ਸੀ। ਪਰ ਹੁਣ ਸਵਾਲ ਇਹ ਉੱਠਦਾ ਹੈ ਕਿ ਜਦੋਂ ਲੋਕ ਇੰਨੇ ਡਰੇ ਹੋਏ ਸੀ ਤੇ ਗੁੱਸੇ 'ਚ ਵੀ ਸੀ, ਤਾਂ ਉਹਨਾਂ ਨੇ ਕੀਤਾ ਕੀ ਉਹ ਚੁੱਪ ਕਰਕੇ ਬਹਿ ਗਏ? ਬਿਲਕੁਲ ਨਹੀਂ। ਉਹਨਾਂ ਨੇ ਜਿਹੜਾ ਜਵਾਬ ਦਿੱਤਾ ਨਾ, ਉਹਨੇ ਪੂਰੇ ਇਤਿਹਾਸ ਦਾ ਰੁਖ ਹੀ ਬਦਲ ਦਿੱਤਾ। ਤੇ ਉਹ ਜਵਾਬ ਸੀ ਬੈਸਟੀਲ ਦੇ ਕਿਲੇ ਤੇ ਹਮਲਾ। ਇਹ ਸਿਰਫ ਇੱਕ ਹਮਲਾ ਨਹੀਂ ਸੀ ਬੱਚਿਓ, ਇਹ ਤਾਂ ਰਾਜੇ ਦੀ ਤਾਨਾਸ਼ਾਹੀ ਦੇ ਖਿਲਾਫ ਲੋਕਾਂ ਦਾ ਖੁੱਲ੍ਹਾ ਐਲਾਨ ਸੀ। ਤੇ ਇਹੀ ਘਟਨਾ ਫਰਾਂਸੀਸੀ ਕ੍ਰਾਂਤੀ ਦਾ ਸਭ ਤੋਂ ਯਾਦਗਾਰੀ ਪਲ ਬਣ ਗਈ। ਜ਼ਰਾ ਇਸ ਤਸਵੀਰ ਨੂੰ ਧਿਆਨ ਨਾਲ ਦੇਖੋ। ਇਹ ਹੈ 14 ਜੁਲਾਈ 1789 ਦਾ ਉਹ ਇਤਿਹਾਸਿਕ ਦਿਨ। ਹਜ਼ਾਰਾਂ ਦੀ ਗਿਣਤੀ 'ਚ ਗੁੱਸੇ ਨਾਲ ਭਰੇ ਹੋਏ ਲੋਕ, ਤੇ ਉਹਨਾਂ ਨੇ ਸਿੱਧਾ ਬਾਸਟੀਲ ਦੇ ਕਿਲੇ ਤੇ ਧਾਵਾ ਬੋਲ ਦਿੱਤਾ, ਜਿਹੜਾ ਕਿ ਇੱਕ ਜੇਲ੍ਹ ਵੀ ਸੀ।
ਤੁਸੀਂ ਮਹਿਸੂਸ ਕਰ ਸਕਦੇ ਹੋ ਧੂਆਂ, ਰੌਲਾ ਰੱਪਾ ਤੇ ਲੋਕਾਂ ਦਾ ਜੋਸ਼। ਬਸ ਇਹੀ ਸੀ ਕ੍ਰਾਂਤੀ ਦਾ ਅਸਲੀ ਚਿਹਰਾ। ਪਰ ਸਵਾਲ ਇਹ ਹੈ ਕਿ ਲੋਕਾਂ ਨੇ ਇਸੇ ਕਿਲੇ ਨੂੰ ਕਿਉਂ ਚੁਣਿਆ? ਹਾਂ, ਇਹਦੇ ਪਿੱਛੇ ਪੱਕੇ ਕਾਰਨ ਸਨ। ਦੇਖੋ, ਸਭ ਤੋਂ ਪਹਿਲਾਂ ਬੈਸਟਿਲ ਦਾ ਕਿਲਾ ਰਾਜੇ ਦੇ ਜ਼ੁਲਮ ਦਾ ਸਭ ਤੋਂ ਵੱਡਾ ਨਿਸ਼ਾਨ ਸੀ। ਦੂਜਾ, ਇੱਕ ਅਫਵਾਹ ਫੈਲੀ ਹੋਈ ਸੀ ਕਿ ਇੱਥੇ ਬਹੁਤ ਸਾਰਾ ਗੋਲਾ ਬਾਰੂਦ ਤੇ ਹਥਿਆਰ ਲੁਕਾਏ ਹੋਏ ਨੇ ਜਿਨ੍ਹਾਂ ਦੀ ਲੋਕਾਂ ਨੂੰ ਸਖਤ ਲੋੜ ਸੀ। ਤੇ ਤੀਜਾ, ਲੋਕਾਂ ਨੇ ਇਸ ਨੂੰ ਢਾਹ ਕੇ ਇਹ ਸੁਨੇਹਾ ਦਿੱਤਾ ਕਿ ਹੁਣ ਰਾਜੇ ਦਾ ਜ਼ੁਲਮ ਖਤਮ ਹੋ ਗਿਆ ਹੈ। ਹਾਂ, ਇਹ ਪੁਆਇੰਟ ਇਮਤਿਹਾਨ ਦੇ ਹਿਸਾਬ ਨਾਲ ਬਹੁਤ ਹੀ ਜ਼ਰੂਰੀ ਹੈ। ਇਹਨੂੰ ਚੰਗੀ ਤਰ੍ਹਾਂ ਯਾਦ ਕਰ ਲੈਣਾ ਹੈ। ਤਾਂ ਜਦੋਂ ਬੈਸਟੀਲ ਦਾ ਕਿਲਾ ਡਿੱਗ ਗਿਆ ਤਾਂ ਸਮਝੋ ਰਾਜੇ ਦੀ ਤਾਕਤ ਦਾ ਕਿਲਾ ਵੀ ਢਹਿ ਗਿਆ। ਇਸ ਤੋਂ ਬਾਅਦ ਫਰਾਂਸ ਨੇ ਇੱਕ ਬਿਲਕੁਲ ਨਵਾਂ ਰਸਤਾ ਫੜਿਆ, ਸੰਵਿਧਾਨਕ ਰਾਜਤੰਤਰ ਦਾ। ਹੁਣ ਇਹਦਾ ਮਤਲਬ ਕੀ ਹੋਇਆ? ਸੌਖੇ ਸ਼ਬਦਾਂ 'ਚ ਇਹਦਾ ਮਤਲਬ ਸੀ ਕਿ ਹੁਣ ਦੇਸ਼ ਰਾਜੇ ਦੀ ਮਰਜ਼ੀ ਨਾਲ ਨਹੀਂ ਚੱਲੇਗਾ, ਬਲਕਿ ਕਾਨੂੰਨ ਤੇ ਸੰਵਿਧਾਨ ਦੇ ਹਿਸਾਬ ਨਾਲ ਚੱਲੇਗਾ। ਇਹ ਤਾਰੀਖ ਬਹੁਤ ਜ਼ਰੂਰੀ ਹੈ, ਯਾਦ ਰੱਖਣਾ। 1791 ਇਸੇ ਸਾਲ ਨੈਸ਼ਨਲ ਅਸੈਂਬਲੀ ਨੇ ਫਰਾਂਸ ਦਾ ਪਹਿਲਾ ਲਿਖਤੀ ਸੰਵਿਧਾਨ ਤਿਆਰ ਕੀਤਾ। ਇਹ ਕੋਈ ਛੋਟੀ-ਮੋਟੀ ਗੱਲ ਨਹੀਂ ਸੀ, ਇਹ ਇੱਕ ਬਹੁਤ ਵੱਡਾ ਕਦਮ ਸੀ ਕਿਉਂਕਿ ਇਸਨੇ ਪਹਿਲੀ ਵਾਰ ਰਾਜੇ ਦੀਆਂ ਬੇਹਿਸਾਬ ਤਾਕਤਾਂ ਤੇ ਰੋਕ ਲਗਾਈ ਸੀ। ਤੁਸੀਂ ਜਾਣਦੇ ਹੋ, ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਨੇ ਇਸ ਤੋਂ ਪ੍ਰੇਰਣਾ ਲਈ। ਅੱਛਾ, ਇਸ ਸੰਵਿਧਾਨ ਦੀ ਸਭ ਤੋਂ ਖਾਸ ਗੱਲ ਪਤਾ ਕੀ ਸੀ? ਉਹ ਸੀ ਸ਼ਕਤੀਆਂ ਦੀ ਵੰਡ। ਜਿਵੇਂ ਆਪਣੇ ਸਕੂਲ ਵਿੱਚ ਹੁੰਦਾ ਨਾ, ਪ੍ਰਿੰਸੀਪਲ ਦਾ ਕੰਮ ਵੱਖਰਾ, ਟੀਚਰਾਂ ਦਾ ਵੱਖਰਾ ਤੇ ਮੈਨੇਜਮੈਂਟ ਦਾ ਵੱਖਰਾ, ਤਾਂ ਕਿ ਕੋਈ ਇੱਕ ਆਪਣੀ ਮਨਮਰਜ਼ੀ ਨਾ ਕਰ ਸਕੇ। ਬਿਲਕੁਲ ਉਸੇ ਤਰ੍ਹਾਂ ਦੇਸ਼ ਦੀ ਤਾਕਤ ਨੂੰ 3 ਹਿੱਸਿਆਂ ਵਿੱਚ ਵੰਡ ਦਿੱਤਾ ਗਿਆ। ਵਿਧਾਨਪਾਲਿਕਾ, ਜਿਸ ਦਾ ਕੰਮ ਸੀ ਕਾਨੂੰਨ ਬਣਾਉਣਾ। ਦੂਜੀ, ਕਾਰਜਪਾਲਿਕਾ, ਜਿਸਨੇ ਉਹਨਾਂ ਕਾਨੂੰਨਾਂ ਨੂੰ ਲਾਗੂ ਕਰਨਾ ਸੀ। ਤੇ ਤੀਜੀ, ਨਿਆਂਪਾਲਿਕਾ, ਜਿਸ ਦਾ ਕੰਮ ਸੀ ਨਿਆਂ ਕਰਨਾ। ਤਾਂ ਹੁਣ ਇਹ ਸਵਾਲ ਉੱਠਦਾ ਹੈ ਕਿ ਇਹ ਸਾਰੀ ਕ੍ਰਾਂਤੀ, ਇਹ ਕਾਨੂੰਨ, ਕੀ ਇਹ ਸਭ ਸਿਰਫ ਵੱਡੇ-ਵੱਡੇ ਮਹਿਲਾਂ ਤੱਕ ਹੀ ਸੀ ਜਾਂ ਇਹਦਾ ਆਮ ਆਦਮੀ ਦੀ ਜ਼ਿੰਦਗੀ ਤੇ ਵੀ ਕੋਈ ਅਸਰ ਪਿਆ? ਬਿਲਕੁਲ ਪਿਆ। ਸਗੋਂ ਸਭ ਤੋਂ ਵੱਡਾ ਅਸਰ ਆਮ ਆਦਮੀ ਤੇ ਹੀ ਪਿਆ ਸੀ। ਚਲੋ ਦੇਖਦੇ ਹਾਂ ਕਿਵੇਂ। ਇਸ ਤਸਵੀਰ ਵਿੱਚ ਲੋਕਾਂ ਦੇ ਚਿਹਰੇ ਦੇਖੋ, ਕਿੰਨੀ ਖੁਸ਼ੀ ਤੇ ਜੋਸ਼ ਹੈ ਨਾ? ਇਹ ਸਿਰਫ ਇੱਕ ਫੋਟੋ ਨਹੀਂ ਹੈ, ਇਹ ਇੱਕ ਨਵੇਂ ਦੌਰ ਦੀ ਸ਼ੁਰੂਆਤ ਦਾ ਸਬੂਤ ਹੈ। ਕ੍ਰਾਂਤੀ ਨੇ ਸਿਰਫ ਕਾਨੂੰਨ ਹੀ ਨਹੀਂ ਬਦਲੇ ਸੀ, ਸਗੋਂ ਆਜ਼ਾਦੀ ਤੇ ਬਰਾਬਰੀ ਵਰਗੇ ਵਿਚਾਰਾਂ ਨੂੰ ਲੋਕਾਂ ਦੀ ਰੋਜ਼ ਦੀ ਜ਼ਿੰਦਗੀ ਦਾ ਹਿੱਸਾ ਬਣਾ ਦਿੱਤਾ ਸੀ। ਕ੍ਰਾਂਤੀ ਤੋਂ ਬਾਅਦ ਜਿਹੜੇ ਵੱਡੇ-ਵੱਡੇ ਬਦਲਾਅ ਆਏ, ਉਹਨਾਂ ਵਿੱਚੋਂ ਸਭ ਤੋਂ ਵੱਡਾ ਸੀ ਸੈਂਸਰਸ਼ਿਪ ਦਾ ਖਤਮ ਹੋਣਾ। ਸੈਂਸਰਸ਼ਿਪ ਕੀ ਹੁੰਦੀ ਹੈ? ਮਤਲਬ ਪਹਿਲਾਂ ਕੁਝ ਵੀ ਲਿਖਣ ਜਾਂ ਛਾਪਣ ਤੋਂ ਪਹਿਲਾਂ ਰਾਜੇ ਦੀ ਇਜਾਜ਼ਤ ਲੈਣੀ ਪੈਂਦੀ ਸੀ। ਹੁਣ ਉਹ ਖਤਮ ਹੋ ਗਿਆ। ਹੁਣ ਕੋਈ ਵੀ ਆਪਣੇ ਵਿਚਾਰ ਅਖਬਾਰਾਂ, ਨਾਟਕਾਂ ਜਾਂ ਗੀਤਾਂ ਰਾਹੀਂ ਖੁੱਲ੍ਹ ਕੇ ਦੱਸ ਸਕਦਾ ਸੀ ਤੇ ਇਸੇ ਕਰਕੇ ਆਜ਼ਾਦੀ, ਬਰਾਬਰੀ ਤੇ ਭਾਈਚਾਰੇ ਦੇ ਵਿਚਾਰ ਘਰ-ਘਰ ਪਹੁੰਚਣ ਲੱਗੇ। ਪਰ ਇੱਥੇ ਇੱਕ ਬਹੁਤ ਹੀ ਦਿਲਚਸਪ ਗੱਲ ਹੈ। ਉਸ ਸਮੇਂ ਜ਼ਿਆਦਾਤਰ ਲੋਕ ਤਾਂ ਪੜ੍ਹੇ ਲਿਖੇ ਹੀ ਨਹੀਂ ਸੀ। ਤਾਂ ਫਿਰ ਉਹਨਾਂ ਤੱਕ ਕ੍ਰਾਂਤੀ ਦੇ ਇਹ ਵੱਡੇ-ਵੱਡੇ ਵਿਚਾਰ ਪਹੁੰਚੇ ਕਿਵੇਂ? ਇਸ ਦਾ ਜਵਾਬ ਹੈ ਚਿੰਨ੍ਹਾਂ ਰਾਹੀਂ, ਯਾਨੀ ਕਿ ਪ੍ਰਤੀਕਾਂ ਰਾਹੀਂ। ਚਲੋ ਕੁਝ ਐਸੇ ਹੀ ਚਿੰਨ੍ਹਾਂ ਦਾ ਮਤਲਬ ਸਮਝਦੇ ਹਾਂ। ਇੱਥੇ ਦੇਖੋ, ਪਹਿਲੀ ਤਸਵੀਰ 'ਚ ਇੱਕ ਟੁੱਟੀ ਹੋਈ ਜ਼ੰਜੀਰ ਹੈ। ਇਹਦਾ ਕੀ ਮਤਲਬ ਹੋਇਆ? ਇਹਦਾ ਮਤਲਬ ਹੈ ਗੁਲਾਮੀ ਤੇ ਬੰਧਨ ਟੁੱਟ ਗਏ, ਯਾਨੀ ਕਿ ਆਜ਼ਾਦੀ ਮਿਲ ਗਈ। ਤੇ ਦੂਜੇ ਪਾਸੇ ਇਹ ਜਿਹੜੀ ਲਾਲ ਟੋਪੀ ਹੈ, ਇਸ ਨੂੰ ਫ੍ਰੇਜੀਅਨ ਟੋਪੀ ਕਹਿੰਦੇ ਨੇ। ਪੁਰਾਣੇ ਜ਼ਮਾਨੇ 'ਚ ਜਦੋਂ ਕੋਈ ਗੁਲਾਮ ਆਜ਼ਾਦ ਹੁੰਦਾ ਸੀ ਤਾਂ ਉਹ ਇਹ ਟੋਪੀ ਪਹਿਨਦਾ ਸੀ। ਤਾਂ ਇਹ ਵੀ ਆਜ਼ਾਦੀ ਦਾ ਇੱਕ ਬਹੁਤ ਵੱਡਾ ਨਿਸ਼ਾਨ ਬਣ ਗਈ। ਇਸ ਕ੍ਰਾਂਤੀ ਨੇ ਇੱਕ ਬਹੁਤ ਹੀ ਤਾਕਤਵਰ ਵਿਚਾਰ ਨੂੰ ਜਨਮ ਦਿੱਤਾ, ਜਿਸ ਨੂੰ ਅੱਜ ਅਸੀਂ ਕਹਿੰਦੇ ਹਾਂ ਰਾਸ਼ਟਰਵਾਦ ਜਾਂ ਨੈਸ਼ਨਲਿਜ਼ਮ। ਦੇਖੋ, ਇਸ ਤੋਂ ਪਹਿਲਾਂ ਲੋਕ ਆਪਣੇ ਆਪ ਨੂੰ ਸਿਰਫ ਰਾਜੇ ਦੀ ਪ੍ਰਜਾ ਮੰਨਦੇ ਸੀ, ਪਰ ਕ੍ਰਾਂਤੀ ਤੋਂ ਬਾਅਦ ਉਹ ਆਪਣੇ ਆਪ ਨੂੰ ਫਰਾਂਸ ਦੇਸ਼ ਦੇ ਨਾਗਰਿਕ ਸਮਝਣ ਲੱਗੇ। ਇਹ ਇੱਕ ਬਹੁਤ ਵੱਡਾ ਬਦਲਾਅ ਸੀ ਜਿਸ ਨੇ ਲੋਕਾਂ ਅੰਦਰ ਦੇਸ਼ ਭਗਤੀ ਤੇ ਏਕਤਾ ਦੀ ਭਾਵਨਾ ਨੂੰ ਜਗਾਇਆ। ਤਾਂ ਬੱਚਿਓ, ਹੁਣ ਤੱਕ ਆਪਾਂ ਇਸ ਅਧਿਆਇ ਦੇ ਸਾਰੇ ਮੁੱਖ ਪੁਆਇੰਟ ਸਮਝ ਲਏ ਨੇ। ਹੁਣ ਵਾਰੀ ਹੈ ਇਹ ਦੇਖਣ ਦੀ ਕਿ ਸਾਨੂੰ ਕਿੰਨਾ ਕੁ ਸਮਝ ਆਇਆ। ਚਲੋ ਕੁਝ ਸਵਾਲ ਜਵਾਬ ਕਰਦੇ ਹਾਂ ਤਾਂ ਕਿ ਸਭ ਕੁਝ ਚੰਗੀ ਤਰ੍ਹਾਂ ਪੱਕਾ ਹੋ ਜਾਵੇ। ਚਲੋ ਮਿਲਾਨ ਕਰਦੇ ਹਾਂ। ਪਹਿਲਾ ਹੈ ਕਿਲ੍ਹੇਨੁਮਾ ਜੇਲ੍ਹ। ਹਾਂ, ਇਹਦਾ ਸਹੀ ਜਵਾਬ ਹੈ ਈ, ਬੈਸਟੀਲ। ਦੂਜਾ, ਚਰਚ ਦੁਆਰਾ ਪ੍ਰਾਪਤ ਕਰ। ਯਾਦ ਹੈ? ਹਾਂ, ਓ, ਟਾਈਥ। ਤੀਜਾ, ਆਦਮੀ ਦਾ ਸਿਰ ਕੱਟਣਾ। ਇਹ ਹੈ ਅ, ਗਿਲੋਟੀਨ। ਚੌਥਾ, ਫਰਾਂਸ ਦੇ ਮੱਧ ਸ਼੍ਰੇਣੀ ਦਾ ਕਲੱਬ। ਇਹ ਸੀ ਆ, ਜੈਕੋਬਿਨ। ਤੇ ਆਖਰੀ, ਦ ਸੋਸ਼ਲ ਕੰਟਰੈਕਟ ਕਿਤਾਬ ਕਿਸਨੇ ਲਿਖੀ ਸੀ? ਬਿਲਕੁਲ, ਏ, ਰੂਸੋ ਨੇ। ਸ਼ਾਬਾਸ਼! ਹੁਣ ਇੱਕ ਬਹੁਤ ਹੀ ਸੌਖਾ ਪਰ ਸਭ ਤੋਂ ਜ਼ਰੂਰੀ ਸਵਾਲ, ਫਰਾਂਸ ਦੀ ਕ੍ਰਾਂਤੀ ਕਦੋਂ ਹੋਈ ਸੀ? ਯਾਦ ਕਰਨ ਦੀ ਕੋਸ਼ਿਸ਼ ਕਰੋ, ਉਹ ਤਾਰੀਖ ਕਿਹੜੀ ਸੀ?
ਬਿਲਕੁਲ ਸਹੀ ਜਵਾਬ ਹੈ ਫਰਾਂਸ ਦੀ ਕ੍ਰਾਂਤੀ 14 ਜੁਲਾਈ 1789 ਨੂੰ ਬੈਸਟੀਲ ਦੇ ਕਿਲੇ ਤੇ ਹਮਲੇ ਨਾਲ ਸ਼ੁਰੂ ਹੋਈ ਸੀ। ਇਹ ਤਾਰੀਖ ਇਤਿਹਾਸ ਵਿੱਚ ਹਮੇਸ਼ਾ ਲਈ ਲਿਖੀ ਗਈ ਹੈ, ਇਸ ਲਈ ਇਹਨੂੰ ਕਦੇ ਵੀ ਨਹੀਂ ਭੁੱਲਣਾ। ਚਲੋ ਇੱਕ ਆਖਰੀ ਵਾਰ ਸਾਰੇ ਜ਼ਰੂਰੀ ਪੁਆਇੰਟਸ ਤੇ ਨਜ਼ਰ ਮਾਰ ਲਈਏ। ਪਹਿਲਾ, 14 ਜੁਲਾਈ 1789 ਬੈਸਟੀਲ ਦਾ ਪਤਨ। ਦੂਜਾ, 1791 ਫਰਾਂਸ ਬਣਿਆ ਸੰਵਿਧਾਨਿਕ ਰਾਜਤੰਤਰ। ਤੀਜਾ, ਸ਼ਕਤੀਆਂ ਦੀ ਵੰਡ ਹੋਈ ਵਿਧਾਨਪਾਲਿਕਾ, ਕਾਰਜਪਾਲਿਕਾ ਤੇ ਨਿਆਂਪਾਲਿਕਾ 'ਚ। ਤੇ ਚੌਥਾ, ਸੁਤੰਤਰਤਾ ਤੇ ਸਮਾਨਤਾ ਵਰਗੇ ਨਵੇਂ ਵਿਚਾਰਾਂ ਦਾ ਜਨਮ ਹੋਇਆ। ਇਹ ਉਹ ਵਿਚਾਰ ਨੇ ਜਿਨ੍ਹਾਂ ਨੇ ਸਿਰਫ ਫਰਾਂਸ ਨੂੰ ਹੀ ਨਹੀਂ, ਸਗੋਂ ਪੂਰੀ ਦੁਨੀਆ ਨੂੰ ਬਦਲ ਕੇ ਰੱਖ ਦਿੱਤਾ। ਕਦੀ ਸੋਚਿਆ ਹੈ ਅੱਜ ਵੀ ਅਸੀਂ ਇਹਨਾਂ ਹੀ ਵਿਚਾਰਾਂ ਦੀ ਗੱਲ ਕਿਉਂ ਕਰਦੇ ਹਾਂ? ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਇਹ ਅਧਿਆਇ ਹੁਣ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਜੇ ਤੁਹਾਨੂੰ ਇਸ ਪਾਠ ਤੋਂ ਕੁਝ ਵੀ ਨਵਾਂ ਸਿੱਖਣ ਨੂੰ ਮਿਲਿਆ ਹੋਵੇ ਤਾਂ ਆਪਣੇ ਇਸ ਚੈਨਲ ਲਰਨ ਪੰਜਾਬ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ, ਵੀਡੀਓ ਨੂੰ ਲਾਈਕ ਕਰਨਾ ਤੇ ਆਪਣੇ ਦੋਸਤਾਂ ਨਾਲ ਵੀ ਸਾਂਝਾ ਕਰਨਾ। ਅਸੀਂ ਅੱਗੇ ਵੀ ਤੁਹਾਡੇ ਲਈ ਸਾਰੇ ਅਧਿਆਇਆਂ ਨੂੰ ਇਸੇ ਤਰ੍ਹਾਂ ਸੌਖੇ ਤਰੀਕੇ ਨਾਲ ਲੈ ਕੇ ਆਉਂਦੇ ਰਹਾਂਗੇ। ਤਾਂ ਫਿਰ ਵਧੀਆ ਤਰੀਕੇ ਨਾਲ ਪੜ੍ਹਾਈ ਕਰਨ ਲਈ ਸਾਡੇ ਚੈਨਲ ਲਰਨ ਪੰਜਾਬ ਨਾਲ ਜੁੜੇ ਰਹੋ। ਅਗਲੇ ਪਾਠ ਵਿੱਚ ਮਿਲਾਂਗੇ। ਧੰਨਵਾਦ।